ਪਾਪ ਮਾਰਨ ਤੋਂ ਬਾਅਦ ਫਿਰ ਨਵਾਂ ਸਰੀਰ ਨਵਾਂ ਜੀਵਨ ਪ੍ਰਦਾਨ ਕਰਦਾ ਹੈ। ਅੰਦਰ ਬਾਹਰ ਸਾਥ, ਅੰਦਰ ਵੀ ਤੇ ਬਾਹਰ ਵੀ ਸਭ ਥਾਵਾਂ ਤੇ ਵਾਹਿਗੁਰੂ ਸਾਡੇ ਅੰਗ ਸੰਗ ਵਸ ਰਿਹਾ ਹੈ। ਨਾਨਕ ਪ੍ਰਭ ਸ਼ਰਣਾਗਤੀ ਸਰਬ ਘਟਾ ਕੇ ਨਾਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਹਾਂ। ਸਰਬ ਘਟਾਂ ਕੇ ਨਾਥ, ਉਹ ਵਾਹਿਗੁਰੂ ਜੀ ਸਭ ਘਟਾਂ ਘਟਾਂ ਦੇ ਨਾਥ ਸੁਆਮੀ ਨੇ। ਘਟ ਕਹਿੰਦੇ ਨੇ ਸਰੀਰ ਨੂੰ, ਘਟ ਕਹਿੰਦੇ ਨੇ ਸਾਡੇ ਹਿਰਦੇ ਨੂੰ। ਉਹ ਸਾਡੇ ਸਰੀਰ ਤੇ ਸਾਡੇ ਦਿਲਾਂ ਦਾ ਵੀ ਮਾਲਕ ਸੁਆਮੀ ਉਹੀ ਵਾਹਿਗੁਰੂ ਪਰਮੇਸ਼ਰ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਸ਼ਰਨ ਪਾਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ। ਫਿਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਮੇਰੇ ਸਤਿਗੁਰ ਸੇਵਾ ਸਾਰ, ਕਿ ਐ ਮੇਰੇ ਮਨ ਤੂੰ ਹੋਰ ਕੰਮ ਤੇ ਸਾਰੇ ਕਰ ਰਿਹਾ ਹੈ, ਪਰ ਇਹਦੇ ਨਾਲ ਨਾਲ ਸਤਿਗੁਰੂ ਦੀ ਸੇਵਾ ਵੀ ਸਾਰ ਦਾ ਅਰਥ ਹੈ ਸੰਭਾਲ। ਸਤਿਗੁਰੂ ਦੀ ਸੇਵਾ ਵੀ ਕਰਿਆ ਕਰ। ਹੋਰ ਆਪਣੇ ਨਿੱਜੀ ਕੰਮ ਤੇ ਕਰਦਾ ਹੈ, ਪਰ ਨਾਲ ਗੁਰੂ ਦੀ ਸੇਵਾ ਵੀ ਕਰਿਆ ਕਰ। ਕਰੇ ਦਇਆ ਪ੍ਰਭ ਆਪਣੀ, ਜਦੋਂ ਤੂੰ ਗੁਰੂ ਦੀ ਸੇਵਾ ਕਰੇਗਾ ਤੇਰੇ ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਦਇਆ ਕਰੇਗਾ, ਮਿਹਰ ਕਰੇਗਾ। ਇੱਕ ਨਿਮਖ ਨਾ ਮਨੋ ਵਿਸਾਰ, ਤੇ ਪਾਏ ਗੁਰੂ ਦੀ ਸੇਵਾ ਨੂੰ ਇੱਕ ਨਿਮਖ ਭਰ ਵੀ, ਇੱਕ ਅੱਖ ਦੇ ਫੋਰੇ ਮਾਤਰ ਵੀ ਕਦੇ ਮਨ ਤੋਂ ਨਾ ਭੁਲਾ। ਹਰ ਵੇਲੇ ਸੇਵਾ ਨੂੰ ਸੰਭਾਲ, ਹਰ ਵੇਲੇ ਸੇਵਾ ਨੂੰ ਚਿਤਵਦਾ ਰਹੋ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਰਨ ਪਏ ਪ੍ਰਭ ਆਪਣੇ, ਗੁਰ ਹੋਆ ਕਿਰਪਾਲ। ਜਦੋਂ ਗੁਰੂ ਸਾਡੇ ਤੇ ਕਿਰਪਾਲ ਮਿਹਰਬਾਨ ਹੋਇਆ, ਜਦੋਂ ਸਤਿਗੁਰੂ ਮਹਾਰਾਜ ਸਾਡੇ ਤੇ ਪ੍ਰਸੰਨ ਹੋਏ, ਸਰਨ ਪਏ ਪ੍ਰਭ ਆਪਣੇ, ਅਸੀਂ ਉਸ ਆਪਣੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ। ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਨੂੰ ਅਕਾਲ ਪੁਰਖ ਦੀ ਸ਼ਰਨ ਵਿੱਚ ਭੇਜ ਦਿੰਦੇ ਹਨ। ਸਤਿਗੁਰ ਕੈ ਉਪਦੇਸ ਈਐ, ਬਿਨਸੈ ਸਰਬ ਜੰਜਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਕੈ ਉਪਦੇਸ਼ੇ ਹੈ, ਉਪਦੇਸੀ ਹੈ ਨਹੀਂ, ਉਪਦੇਸ਼ੇ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਦੇ ਨਾਲ ਬਿਨਸੇ ਸਰਬ ਜੰਜਾਲ, ਸਾਡੇ ਸਾਰੇ ਹੀ ਜੰਜਾਲ ਨਾਸ ਹੋ ਗਏ ਨੇ। ਜੰਜਾਲ ਤੋਂ ਮੁਰਾਦ ਹੈ ਜਿਹੜੇ ਐਵੇਂ ਫਜ਼ੂਲ ਕੰਮ ਕਰਦੇ ਸਾਂ, ਐਵੇਂ ਵਾਧੂ ਕੰਮਾਂ ਦਾ ਫਿਕਰ ਕਰਦੇ ਸਾਂ, ਉਹ ਸਾਰੇ ਜੰਜਾਲ ਸਾਡੇ ਨਾਸ ਹੋ ਗਏ। ਅੰਦਰ ਲੱਗਾ ਰਾਮ ਨਾਮ, ਅੰਮ੍ਰਿਤ ਨਦਰ ਨਿਹਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੰਦਰ ਲੱਗਾ ਰਾਮ ਨਾਮ। ਹੁਣ ਸਾਡਾ ਅੰਦਰ ਭਾਵ ਸਾਡਾ ਅੰਦਰੋਂ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਗਿਆ ਹੈ। ਅੰਮ੍ਰਿਤ ਨਦਰ ਨਿਹਾਲ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਤੱਕਿਆ, ਜਾਂ ਗੁਰੂ ਨੇ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਸਾਡੇ ਵੱਲ ਤੱਕਿਆ, ਤਾਂ ਸਾਡਾ ਅੰਦਰੋਂ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਿਆ। ਮਨ ਮੇਰੇ ਸਤਿਗੁਰ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ, ਇਕ ਨਿਮਖ ਨ ਮਨੋ ਵਿਸਾਰ। ਰਹਾਉ ਗੁਣ ਗੋਵਿੰਦ ਨਿਤ ਗਾਵੀਐ, ਅਵਗੁਣ ਕੱਟਣ ਹਾਰ। ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਮਨ ਨੂੰ ਹੀ ਸਿੱਖਿਆ ਦਿੱਤੀ ਹੈ ਕਿ ਐ ਮੇਰੇ ਮਨ, ਤੂੰ ਸਤਿਗੁਰੂ ਦੀ ਸੇਵਾ ਸੰਭਾਲ, ਸਤਿਗੁਰੂ ਦੀ ਸੇਵਾ ਕਰਿਆ ਕਰ। ਤੇਰੇ ਤੇ ਅਕਾਲ ਪੁਰਖ ਵਾਹਿਗੁਰੂ ਆਪਣੀ ਦਇਆ ਕਰੇਗਾ। ਇੱਕ ਨਿਮਖ ਪਰ ਵੀ ਕਦੇ ਉਸ ਨੂੰ ਮਨ ਤੋਂ ਨਾ ਭੁਲਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਣ ਗੋਬਿੰਦ ਨਿਤ ਗਾਵੀਏ, ਕਿ ਐ ਮਨ ਤੂੰ ਹਰ ਵੇਲੇ ਉਸ ਗੋਬਿੰਦ ਦੇ ਗੁਣਾਂ ਨੂੰ ਗਾਇਆ ਕਰ। ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਕੀਰਤਨ ਭਗਤੀ ਕਰਿਆ ਕਰ। ਅਵਗੁਣ ਕੱਟਣ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਸਾਰੇ ਔਗੁਣਾਂ ਨੂੰ, ਪਾਪਾਂ ਨੂੰ, ਗੁਨਾਹਾਂ ਨੂੰ ਕੱਟਣ ਵਾਲਾ ਹੈ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿਠੇ ਬਿਸਥਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਤਰ੍ਹਾਂ ਵੀ ਆਤਮਕ ਸੁਖ ਨਹੀਂ ਪ੍ਰਾਪਤ ਹੋ ਸਕਦਾ। ਕਰ ਡਿਠੇ ਵਿਸਥਾਰ, ਬਹੁਤ ਸਾਰੇ ਵਿਸਥਾਰ
ਫੈਲਾਓ ਕਰ ਕਰ ਕੀ ਅਸਾਂ ਵੇਖ ਲਏ ਨੇ, ਕਿਉਂਕਿ ਦੁਨੀਆ ਬਹੁਤੇ ਆਡੰਬਰ ਦੇ ਵਿੱਚ ਫਸੀ ਹੋਈ ਹੈ, ਬੜੇ ਬੜੇ ਠਾਠ ਬਾਠ ਬਣਾਉਂਦੀ ਹੈ। ਪਰ ਹਜ਼ੂਰ ਕਹਿੰਦੇ ਨੇ ਅਸਾਂ ਤੇ ਬੜੇ ਠਾਠ ਬਾਠ ਬਣਾ ਬਣਾ ਕੇ ਵੀ ਵੇਖ ਲਏ ਨੇ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਆਤਮਕ ਸੁੱਖ ਨਹੀਂ ਕਦੇ ਵੀ ਮਿਲ ਸਕਦਾ। ਸਹਿਜੇ ਸਿਫਤੀ ਰਤਿਆ ਭਵ ਜਲ ਉਤਰੇ ਪਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਹਿਜੇ ਸਿਫਤੀ ਰਤਿਆ। ਜਿਹੜੇ ਸਹਿਜੇ ਦਾ ਅਰਥ ਹੈ ਸਹਿਜ ਅਵਸਥਾ ਦੇ ਵਿੱਚ, ਕਿਉਂਕਿ ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੈ। ਸਹਿਜੇ ਸਿਫਤੀ ਰਤਿਆ, ਸਹਿਜੇ ਸਹਿਜੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਰਤਨ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆਂ ਭਵਜਲ ਉਤਰੇ ਪਾਰ। ਅਸੀਂ ਭਵਜਲ ਸੰਸਾਰ ਸਮੁੰਦਰ ਤੋਂ ਵੀ ਪਾਰ ਉਤਰ ਗਏ ਹਾਂ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੇ ਕਾ ਲਹਿਣਾ। ਵਾਹਿਗੁਰੂ ਦੀ ਸਿਫਤ ਸਲਾਹ ਇਹ ਇੱਕ ਪ੍ਰਧਾਨ ਸਾਧਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨ। ਸਹਿਜੇ ਸਿਫਤੀ ਰਤਿਆ, ਸਹਿਜੇ ਹੀ ਵਾਹਿਗੁਰੂ ਦੀ ਸਿਫਤ ਸਲਾਹ ਕੀਰਤਨ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆਂ ਅਸੀਂ ਸੰਸਾਰ ਸਮੁੰਦਰ ਤੋਂ ਭਵ ਸਾਗਰ ਤੋਂ ਪਾਰ ਉਤਰ ਗਏ ਹਾਂ। ਤੀਰਥ ਵਰਥ ਲਖ ਸੰਜਮਾ ਪਾਈਐ ਸਾਧੂ ਤੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੈ, ਇੰਨੀ ਬਰਕਤ ਵਾਲੀ ਹੈ, ਜਦੋਂ ਆਪਾਂ ਸਤਿਗੁਰੂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰ ਲਈਏ। ਤੀਰਥ ਵਰਤ ਲਖ ਸੰਜਮਾ, ਤੇ ਲੱਖਾਂ ਹੀ ਤੀਰਥ ਤੇ ਲੱਖਾਂ ਹੀ ਵਰਤ ਤੇ ਲੱਖਾਂ ਹੀ ਜਿਹੜੇ ਸੰਜਮਾਂ ਦਾ ਅਰਥ ਹੈ, ਜਿਹੜੇ ਹੋਰ ਵਰਤ ਨੇਮ ਨੇ, ਸਮਦਮ ਆਦਿਕ ਸਾਧਨ ਨੇ, ਉਹਨਾਂ ਸਾਰਿਆਂ ਦਾ ਹੀ ਫਲ ਪ੍ਰਾਪਤ ਹੋ ਜਾਂਦਾ ਹੈ। ਲੋਕ ਕਮਾਵੇ ਕਿਸ ਤੇ ਜਾਂ ਵੇਖੈ ਸਦਾ ਦੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਤੂੰ ਲੋਕੇ ਕਿਸੋਂ ਕੰਮ ਕਰ ਰਿਹਾ ਹੈ, ਕਿਉਂਕਿ ਮਨੁੱਖ ਦਾ ਸੁਭਾਅ ਇਹ ਹੈ ਜਦੋਂ ਕੋਈ ਮਾੜਾ ਕੰਮ ਕਰਨਾ ਹੋਵੇ ਤਾਂ ਲੋਕੇ ਕਰਦਾ ਹੈ, ਵੀ ਕਿਸੇ ਨੂੰ ਪਤਾ ਨਾ ਲੱਗ ਸਕੇ। ਜੇ ਕੋਈ ਚੰਗਾ ਕਰਨਾ ਹੋਵੇ ਉਹਨੂੰ ਤਾਂ ਲੁਕਾਉਣ ਦੀ ਲੋੜ ਹੀ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਕਿ ਐ ਮਨਾ ਜਾਂ ਵੇਖਿਆ ਸਦਾ ਹਜ਼ੂਰ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਤੇਰੇ ਸਾਹਮਣੇ ਖੜਾ ਹੈ, ਤੇਰੇ ਨਾਲ ਖੜਾ, ਤੈਨੂੰ ਵੇਖ ਰਿਹਾ ਹੈ, ਤੇ ਫਿਰ ਤੂੰ ਕਿਸ ਤੋਂ ਲੁਕਾ ਕੇ ਕੰਮ ਕਰਦਾ ਹੈ। ਭਾਵ ਉਸ ਵਾਹਿਗੁਰੂ ਪਰਮੇਸ਼ਰ ਤੋਂ ਤਾਂ ਲੁਕਾਇਆ ਜਾ ਹੀ ਨਹੀਂ ਸਕਦਾ, ਉਹ ਤੇਰੇ ਅੰਦਰ ਬੈਠਾ ਹੈ। ਜਿਵੇਂ ਮਹਾਂਪੁਰਖਾਂ ਨੇ ਦੋ ਸੇਵਕ ਆਏ, ਕਹਿੰਦੇ ਮਹਾਰਾਜ ਸਾਨੂੰ ਆਪਣੇ ਚੇਲੇ ਬਣਾ ਲਓ। ਮਹਾਂਪੁਰਖਾਂ ਨੇ ਉਹਨਾਂ ਨੂੰ ਕਬੂਤਰ ਦਿੱਤੇ, ਕਹਿਣ ਲੱਗੇ ਜਿੱਥੇ ਕੋਈ ਨਾ ਵੇਖੇ ਇਹਨਾਂ ਨੂੰ ਉੱਥੇ ਮਾਰ ਕੇ ਲਿਆਉਣਾ। ਉਹਨਾਂ ਵਿੱਚੋਂ ਇੱਕ ਤਾਂ ਬੜਾ ਨਿਰਦਈ ਮਨੁੱਖ ਸੀ, ਉਸਨੇ ਤਾਂ ਕੁਟੀਆ ਦੇ ਪਿਛਲੇ ਪਾਸੇ ਜਾ ਕੇ ਕਬੂਤਰ ਦੀ ਗਰਦਨ ਮਰੋੜ ਦਿੱਤੀ, ਮਾਰ ਕੇ ਲੈ ਆਇਆ। ਕਹਿੰਦਾ ਆਹ ਲਓ ਮਹਾਰਾਜ ਹੁਣ ਮੈਨੂੰ ਜੇਠਾ ਚੇਲਾ ਬਣਾਓ। ਮਹਾਂਪੁਰਖ ਕਹਿਣ ਲੱਗੇ ਦੂਜੇ ਨੂੰ ਵੀ ਆ ਲੈਣ ਦੇ। ਜਿਹੜਾ ਦੂਸਰਾ ਧਰਮੀ ਮਨੁੱਖ ਸੀ, ਦਇਆ ਵਾਲਾ ਸੀ, ਉਸ ਕਬੂਤਰ ਨੂੰ ਲੈ ਕੇ ਜੰਗਲ ਵਿੱਚ ਗਿਆ, ਪਹਾੜਾਂ ਵਿੱਚ ਗਿਆ, ਆਖਿਰ ਪਹਾੜਾਂ ਦੀ ਗੁਫਾ ਵਿੱਚ ਚਲਾ ਗਿਆ। ਉੱਥੇ ਹੋਰ ਤਾਂ ਕੋਈ ਨਹੀਂ ਸੀ ਦੇਖਦਾ, ਤੇ ਆਖਿਰ ਆਪਣੀਆਂ ਅੱਖਾਂ ਮੂਹਰੇ ਪੱਟੀ ਬੰਨ੍ਹ ਲਈ। ਕਹਿਣ ਲੱਗਾ ਮੇਰੀਆਂ ਅੱਖਾਂ ਵੇਖਦੀਆਂ ਨੇ। ਫਿਰ ਸੋਚਿਆ ਹੁਣ ਕਬੂਤਰ ਵੇਖਦਾ ਹੈ, ਤੇ ਕਬੂਤਰ ਦੀਆਂ ਅੱਖਾਂ ਤੇ ਵੀ ਪੱਟੀ ਬੰਨ੍ਹ ਦਿੱਤੀ। ਫਿਰ ਸੋਚਣ ਲੱਗਾ ਹੁਣ ਮੇਰੇ ਅੰਦਰ ਬੈਠਾ ਕੋਈ ਵੇਖ ਰਿਹਾ, ਭਾਵ ਵਾਹਿਗੁਰੂ ਪਰਮੇਸ਼ਰ ਵੇਖ ਰਿਹਾ ਹੈ। ਉਸ ਵੇਲੇ ਕਬੂਤਰ ਨੂੰ ਮਾਰ ਨਾ ਸਕਿਆ, ਵਾਪਸ ਮੁੜ ਕੇ ਆ ਗਿਆ। ਕਹਿਣ ਲੱਗਾ ਮਹਾਂਪੁਰਖੋ ਮੈਂ ਤੁਹਾਡਾ ਬਚਨ ਮੰਨ ਨਹੀਂ ਸਕਿਆ, ਇਹ ਮੇਰੀ ਆਪਣੀ ਮਜਬੂਰੀ ਸੀ। ਤੁਸਾਂ ਆਖਿਆ ਸੀ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ। ਪਹਿਲਾਂ ਮੈਂ ਨਿਰਜਨ ਬਣ ਵਿੱਚ ਗਿਆ, ਪਹਾੜਾਂ ਵਿੱਚ ਗਿਆ, ਗੁਫਾ ਵਿੱਚ ਗਿਆ, ਪਰ ਮਹਾਰਾਜ ਉੱਥੇ ਮੈਂ ਵੇਖ ਰਿਹਾ ਸੀ ਤੇ ਮੈਨੂੰ ਕਬੂਤਰ ਵੇਖ ਰਿਹਾ ਸੀ। ਆਪਣੀਆਂ ਵੀ ਅੱਖਾਂ ਬੰਨ੍ਹ ਲਈਆਂ, ਕਬੂਤਰ ਦੀਆਂ ਵੀ ਅੱਖਾਂ ਬੰਦ ਕਰ ਦਿੱਤੀਆਂ, ਤੇ ਫਿਰ ਮੈਨੂੰ ਇਉਂ ਮਹਿਸੂਸ ਹੋ ਰਿਹਾ ਸੀ ਮੇਰੇ ਅੰਦਰੋਂ ਕੋਈ ਵੇਖ ਰਿਹਾ, ਜਾਂ ਵੇਖਿਆ ਸਦਾ ਹਜ਼ੂਰ। ਇਸ ਲਈ ਮੈਂ ਇਸ ਨੂੰ ਮਾਰ ਨਹੀਂ ਸਕਿਆ। ਮਹਾਂਪੁਰਖ ਕਹਿਣ ਲੱਗੇ ਅਸਲੀ ਧਰਮੀ ਤੂੰ ਹੀ ਹੈ, ਤੂੰ ਹੀ ਉਪਦੇਸ਼ ਦਾ ਅਧਿਕਾਰੀ ਹੈ। ਉਸ ਨੂੰ ਉਪਦੇਸ਼ ਦਿੱਤਾ, ਦੂਜੇ ਨੂੰ ਹੱਥ ਬੰਨ੍ਹ ਦਿੱਤੇ। ਹਜ਼ੂਰ ਕਹਿੰਦੇ ਲੂ ਕਮਾਵੇ ਕਿਸ ਤੇ, ਜਾਂ ਵੇਖਿਆ ਸਦਾ ਹਜ਼ੂਰ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਹੀ ਤੇਰੇ ਕੋਲ ਖੜਾ ਵੇਖ ਰਿਹਾ ਹੈ,
ਫਿਰ ਤੂੰ ਕਿਸ ਤੋਂ ਲੁਕਾ ਕੇ ਕੰਮ ਕਰ ਰਿਹਾ ਹੈ। ਆਨ ਥਨੰਤਰ ਰਵ ਰਹਾ ਪ੍ਰਭ ਮੇਰਾ ਭਰਪੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਭ ਅਸਥਾਨਾਂ ਦੇ ਅੰਦਰ ਵੀ ਸਭ ਅਸਥਾਨਾਂ ਦੇ ਬਾਹਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਰਵ ਰਹਿਆ ਵਸ ਰਿਹਾ ਹੈ। ਪ੍ਰਭ ਮੇਰਾ ਭਰਪੂਰ, ਕਿਉਂਕਿ ਮੇਰਾ ਵਾਹਿਗੁਰੂ ਸਰਵ ਵਿਆਪਕ ਹੈ। ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਲਤਨਤ, ਉਸ ਦੀ ਬਾਦਸ਼ਾਹੀ ਸੱਚੀ ਹੈ ਤੇ ਅਮਰ ਸੱਚ, ਉਹਦਾ ਹੁਕਮ ਵੀ ਸੱਚਾ ਹੈ। ਸੱਚੇ ਸੱਚਾ ਥਾਨ, ਤੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਅਸਥਾਨ ਸੱਚਖੰਡ, ਉਹ ਵੀ ਸੱਚਾ ਹੈ। ਸੱਚੀ ਕੁਦਰਤ ਧਾਰਿਅਨ ਸੱਚ ਸਿਰਜਿਓਨ ਜਹਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਨੇ ਸੱਚੀ ਹੀ ਕੁਦਰਤ ਆਪਣੀ ਸ਼ਕਤੀ ਨੂੰ ਧਾਰਨ ਕੀਤਾ ਹੋਇਆ ਹੈ। ਸੱਚ ਸਿਰਜਿਓਨ ਜਹਾਨ, ਉਸ ਕੁਦਰਤ ਦੁਆਰਾ, ਸ਼ਕਤੀ ਦੁਆਰਾ, ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਜਹਾਨ ਸੰਸਾਰ ਨੂੰ ਰਚਿਆ ਹੈ। ਨਾਨਕ ਜਪੀਐ ਸਚ ਨਾਮ ਹਉ ਸਦਾ ਸਦਾ ਕੁਰਬਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਸੱਚੇ ਨਾਮ ਨੂੰ ਜਪ ਰਹੇ ਹਾਂ, ਤੁਸੀਂ ਵੀ ਜਪੋ। ਹਉ ਸਦਾ ਸਦਾ ਕੁਰਬਾਨ, ਤੇ ਨਾਲ ਹਮੇਸ਼ਾ ਹਮੇਸ਼ਾ ਉਸ ਵਾਹਿਗੁਰੂ ਤੋਂ ਅਸੀਂ ਬਲਿਹਾਰ ਜਾਣੇ ਹਾਂ। ਸ੍ਰੀ ਰਾਗ ਮਹੱਲਾ ਪੰਜਵਾ। ਉਦਮ ਕਰ ਹਰ ਜਾਪਣਾ ਵਡ ਭਾਗੀ ਤਨ ਖਾਟ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਨ ਨੂੰ ਸੰਬੋਧਨ ਕਰਕੇ ਹੀ ਉਪਦੇਸ਼ ਦੇ ਰਹੇ ਹਨ। ਮਨ ਮੇਰੇ RAM ਨਾਮ ਜਪ ਜਾਪ, ਮਨ ਇੱਛੇ ਫਲ ਪਹੁੰਚ ਤੋਂ ਸਭ ਚੂਕੈ ਸੋਗ ਸੰਤਾਪ। ਕਿ ਐ ਮੇਰੇ ਮਨ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਜਪ ਨੂੰ ਜਪ। ਮਨ ਮੇਰੇ RAM ਨਾਮ ਜਪ ਜਾਪ, ਐ ਮੇਰੇ ਮਨ ਤੂੰ ਵਾਹਿਗੁਰੂ ਦੇ ਨਾਮ ਨੂੰ ਜਪ। ਤੇ ਜਾਪ ਜਿਹੜਾ ਸ਼ਬਦ ਹੈ ਸੰਗਿਆਵਾਚਕ ਹੈ, ਤੇ ਜਪ ਸਿਹਾਰੀ ਨਾਲ ਜਿਹੜਾ ਜਪ ਸ਼ਬਦ ਹੈ ਇਹ ਕਿਰਿਆਵਾਚਕ ਹੈ। ਇਹਦਾ ਮਤਲਬ ਇਹ ਹੈ, ਮਨ ਮੇਰੇ RAM ਨਾਮ ਜਪ ਜਾਪ, ਐ ਮੇਰੇ ਮਨ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਜਪ ਹੈ ਉਸੇ ਨੂੰ ਜਪ। ਇਹਦਾ ਫਲ ਕੀ ਹੋਵੇਗਾ? ਮਨ ਇੱਛੇ ਫਲ ਪਹੁੰਚ ਤੂੰ, ਤੂੰ ਮਨ ਇੱਛਤ ਮਨ ਬਾਂਛਤ ਸਾਰੇ ਹੀ ਫਲ ਭੋਗ ਲਵੇਂਗਾ। ਸਭ ਚੂਕੈ ਸੋਗ ਸੰਤਾਪ, ਤੇ ਸਭ ਸੋਗ ਤੇ ਸੰਤਾਪ ਝੋਰਾ ਵੀ ਤੇਰਾ ਚੁੱਕਿਆ ਜਾਵੇਗਾ। ਜਦੋਂ ਕੋਈ ਮਨੁੱਖ ਹਰ ਵੇਲੇ ਵਾਹਿਗੁਰੂ ਨਾਮ ਦੇ ਨਾਲ ਜੁੜ ਜਾਂਦਾ ਹੈ, ਉਹਦੀਆਂ ਸਭ ਦੀਆਂ ਮਨੋ ਕਾਮਨਾ ਵੀ ਪੂਰਨ ਹੁੰਦੀਆਂ ਨੇ, ਤੇ ਨਾਲ ਸੋਗ ਸੰਤਾਪ ਵੀ ਉਸ ਦਾ ਚੁੱਕਿਆ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਮਨ ਨੂੰ ਉਪਦੇਸ਼ ਦਿੰਦੇ ਹਨ, ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਟ। ਇਹ ਵਡਭਾਗੀ ਮਨਾ, ਉਦਮ ਕਰ ਹਰ ਜਾਪਣਾ, ਤੂੰ ਉਸ ਵਾਹਿਗੁਰੂ ਦੇ ਨਾਮ ਜਪਣ ਦਾ ਉਦਮ ਕਰ। ਕਿਉਂਕਿ ਕਈ ਵਾਰੀ ਕਈ ਮਨੁੱਖ ਇਹ ਗੱਲ ਕਹਿ ਦਿੰਦੇ ਹਨ, ਕਰੇ ਕਰਾਵੇ ਆਪੇ ਆਪ, ਵੀ ਸਭ ਕੁਝ ਕਰਨ ਕਰਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਜੇ ਅਸੀਂ ਚੰਗਾ ਕਰਦੇ ਹਾਂ ਮਾੜਾ ਕਰਦੇ ਹਾਂ, ਇਹਦੀ ਸਾਰੀ ਜ਼ਿੰਮੇਵਾਰੀ ਵਾਹਿਗੁਰੂ ਪਰਮੇਸ਼ਰ ਤੇ ਹੀ ਆ ਜਾਂਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਨਹੀਂ ਆਖਿਆ ਬਈ ਮਨੁੱਖ ਨੂੰ ਕੋਈ ਉਦਮ ਨਹੀਂ ਕਰਨਾ ਚਾਹੀਦਾ, ਬਲਕਿ ਇਸ ਮਨੁੱਖ ਨੂੰ ਵੀ ਗੁਰੂ ਮਹਾਰਾਜ ਨੇ ਇਹ ਪ੍ਰੇਰਣਾ ਦਿੱਤੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇੱਥੇ ਇੱਕ ਗੱਲ ਸੋਚਣ ਵਾਲੀ ਹੈ, ਜਦੋਂ ਤਾਂ ਨਾਮ ਜਪਣ ਦੀ ਗੱਲ ਹੋਵੇ, ਸੇਵਾ ਦੀ, ਬਾਣੀ ਪੜ੍ਹਨ ਦੀ, ਸੰਗਤ ਦੀ ਗੱਲ ਹੋਵੇ, ਉਸ ਵੇਲੇ ਤਾਂ ਮਨੁੱਖ ਕਹਿੰਦੇ ਆਪੇ ਰੱਬ ਨੂੰ ਜੇ ਚੰਗਾ ਲੱਗਿਆ ਮੇਰੇ ਪਾਸੋਂ ਇਹ ਕੰਮ ਕਰਵਾ ਲਵੇਗਾ, ਪਰ ਜਿਹੜੇ ਹੋਰ ਕੰਮ ਨਹੀਂ ਆਪਣੀ ਮਰਜ਼ੀ ਨਾਲ ਹੀ ਕਰਦਾ ਰਹਿੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨ ਨੂੰ ਸਮਝਾਉਂਦੇ ਹਨ ਬਈ ਜਿੱਥੇ ਤੂੰ ਹੋਰ ਉਦਮ ਕਰਦਾ ਹੈ, ਆਪਣੇ ਨਿੱਜੀ ਕੰਮਾਂ ਦੇ ਲਈ ਪੁਰਸ਼ਾਰਥ ਕਰਦਾ ਹੈ, ਉਦਮ ਕਰ ਹਰ ਜਾਪਣਾ, ਉੱਥੇ ਵਾਹਿਗੁਰੂ ਦੇ ਨਾਮ ਜਪਣ ਦਾ ਵੀ ਉਦਮ ਕਰਿਆ ਕਰ। ਵਡਭਾਗੀ ਤਨ ਖਾਟ, ਐ ਵਡਭਾਗੀ ਮਨਾ, ਤੂੰ ਇਸ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ, ਖਾਟ ਦਾ ਅਰਥ ਹੈ ਖੱਟਣਾ ਕਰ। ਜਿੱਥੇ ਹੋਰ ਤੂੰ ਬਾਹਰਲੇ ਧਨ ਨੂੰ ਇਕੱਤਰ ਕਰਨ ਵਾਸਤੇ ਲੱਗਿਆ,
ਉੱਥੇ ਵਾਹਿਗੁਰੂ ਦੇ ਨਾਮ ਧਨ ਨੂੰ ਵੀ ਇਕੱਠਾ ਕਰ, ਕਿਉਂਕਿ ਇਹ ਨਾਮ ਦਾ ਧਨ ਅੱਗੇ ਪ੍ਰਲੋਕ ਵਿੱਚ ਵੀ ਤੇਰੇ ਨਾਲ ਜਾਣਾ ਅਤੇ ਇਹ ਅਖੁੱਟ ਖਜ਼ਾਨਾ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ, ਤੋਟ ਨਹੀਂ ਰੇ ਮੁਕੇ। ਇਹੋ ਧਨ ਅਖੁੱਟ, ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਤੂੰ ਇਸ ਵਾਹਿਗੁਰੂ ਦੇ ਨਾਮ ਧਨ ਨੂੰ ਵੀ ਖੱਟ। ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਕੀ ਕਾਟ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਸੰਤ ਸੰਗ ਹਰ ਸਿਮਰਨਾ। ਤੂੰ ਜਿਹੜੇ ਸੰਤ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਐਸੇ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਹਰ ਸਿਮਰਨਾ। ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਨਾ ਕਰ। ਜੇ ਆਪ ਤੋਂ ਸਿਮਰਨ ਨਹੀਂ ਹੁੰਦਾ ਤੇ ਜਿਹੜੇ ਮਹਾਂਪੁਰਖ ਸਿਮਰਨ ਕਰਦੇ ਨੇ, ਉਹਨਾਂ ਦੀ ਸੰਗਤ ਵਿੱਚ ਜਾ ਕੇ ਸਿਮਰਨ ਕਰ। ਇਹਦਾ ਫਲ ਕੀ ਹੋਵੇਗਾ? ਮਲ ਜਨਮ ਜਨਮ ਕੀ ਕਾਟ। ਤੇ ਜਿਹੜੀ ਜਨਮਾਂ ਜਨਮਾਂ ਦੀ ਤੈਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਉਹ ਜਨਮਾਂ ਜਨਮਾਂ ਦੀ ਮੈਲ ਨੂੰ ਕੱਟ ਲੈ। ਮਨ ਮੇਰੇ RAM ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਸਭ ਚੂਕੈ ਸੋਗ ਸੰਤਾਪ। ਰਹਾਉ ਜਿਸ ਕਾਰਣ ਤਨ ਧਾਰਿਆ, ਸੋ ਪ੍ਰਭ ਡਿਠਾ ਨਾਲ। ਰਹਾਉ ਦੀਆਂ ਪੰਕਤੀਆਂ ਅੰਦਰ ਸਤਿਗੁਰੂ ਨੇ ਮਨ ਨੂੰ ਸਿੱਖਿਆ ਦਿੱਤੀ ਹੈ ਕਿ ਐ ਮੇਰੇ ਮਨ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਜਪ ਨੂੰ ਜਪ। ਇਹਦਾ ਫਲ ਮਨ ਇੱਛੇ ਫਲ ਪਹੁੰਚ, ਤੂੰ ਮਨ ਇੱਛਤ ਫਲ ਭੋਗੇਗਾ ਤੇ ਨਾਲ ਹੀ ਸਭ ਸੋਗ ਸੰਤਾਪ ਵੀ ਚੁੱਕਿਆ ਜਾਵੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਜਿਸ ਕਾਰਨ ਤਨ ਧਾਰਿਆ। ਬਈ ਵੇਖ ਲੋ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਅਸਾਂ ਇਹ ਸਰੀਰ ਧਾਰਨ ਕੀਤਾ ਸੀ, ਕਿਉਂਕਿ ਸਾਡੇ ਮਨੁੱਖੀ ਜੀਵਨ ਦਾ ਇਹੀ ਪ੍ਰਯੋਜਨ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇ ਸੰਜਰੀਆ। ਜਿਸ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਅਸਾਂ ਇਹ ਸਰੀਰ ਧਾਰਿਆ ਸੀ ਤੇ ਐਸੀ ਸਤਿਗੁਰੂ ਦੀ ਕਿਰਪਾ ਹੋਈ, ਸੋ ਪ੍ਰਭ ਡਿੱਠਾ ਨਾਲ। ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਨਾਲ ਕੋਲ ਖੜਾ ਅੰਗ ਸੰਗ ਵਸਦਾ ਦੇਖ ਲਿਆ ਹੈ। ਜਲ ਥਲ ਮਈਅਲ ਪੂਰਿਆ, ਪ੍ਰਭ ਆਪਣੀ ਨਦਰ ਨਿਹਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਜਲਾਂ ਵਿੱਚ ਵੀ, ਥਲਾਂ ਖੁਸ਼ਕ ਥਾਵਾਂ ਤੇ ਵੀ, ਤੇ ਮਹੀਅਲ ਦਾ ਅਰਥ ਹੈ ਮਹੀ ਧਰਤੀ ਵਾਲਾ ਆਕਾਸ਼ ਦੇ ਅੰਦਰ ਵੀ ਪਰਿਪੂਰਨ ਹੋ ਰਿਹਾ ਹੈ। ਪਰ ਆਪਣੀ ਨਜ਼ਰ ਨਿਹਾਲ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਮਿਹਰ ਦੀ ਨਿਗਾਹ ਦੇ ਨਾਲ ਜਦੋਂ ਤੱਕਿਆ ਤੇ ਪਾਈ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਹੋ ਗਏ। ਮਨ ਤਨ ਨਿਰਮਲ ਹੋਇਆ, ਲਾਗੇ ਸਾਚ ਪਰੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਦੇ ਨਾਲ ਸਾਡਾ ਮਨ ਵੀ ਤੇ ਤਨ ਵੀ ਨਿਰਮਲ ਹੋ ਗਿਆ ਹੈ, ਪਵਿੱਤਰ ਹੋ ਗਿਆ ਹੈ। ਲਾਗੀ ਸਾਚ ਪ੍ਰੀਤ, ਕਿਉਂਕਿ ਹੁਣ ਸੱਚੀ ਪ੍ਰੀਤ ਵਾਹਿਗੁਰੂ ਪਰਮੇਸ਼ਰ ਦੀ ਲੱਗ ਗਈ ਹੈ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤੇ ਨਹੀਂ ਕੀਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਨੇ ਵਾਹਿਗੁਰੂ ਦੇ ਚਰਨਾਂ ਕਮਲਾਂ ਨੂੰ ਭਜ ਲਿਆ ਹੈ, ਚਰਨ ਤੋਂ ਮੁਰਾਦ ਹੈ ਵਾਹਿਗੁਰੂ ਦੇ ਨਾਮ ਦੀ, ਚਿਤ ਚਰਨ ਨਾਮ। ਚਰਨ ਭਜੇ ਪਾਰ ਬ੍ਰਹਮ ਕੇ, ਜਿਸ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੀ ਸੇਵਾ ਕੀਤੀ ਹੈ, ਭਾਵ ਸਿਮਰਨ ਕੀਤਾ ਹੈ, ਸਭ ਜਪ ਤਪ ਤੇ ਨਹੀਂ ਕੀਤ। ਮਾਨੋ ਉਹਨੇ ਸਾਰੇ ਹੀ ਜਪ ਤੇ ਸਾਰੇ ਹੀ ਤਪ ਕਰ ਲਏ ਹਨ। ਰਤਨ ਜਾਵੇ ਹਰ ਮਾਣਕਾ, ਅੰਮ੍ਰਿਤ ਹਰ ਕਾ ਨਾਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਰਤਨ ਤੇ ਜਵਾਹਰ ਤੇ ਮਾਣਕ ਸੁੱਚੇ ਮੋਤੀਆਂ ਵਾਂਗ ਅੰਮ੍ਰਿਤ ਹਰ ਕਾ ਨਾਮ ਤੇ ਵਾਹਿਗੁਰੂ ਦਾ ਨਾਮ ਹੀ ਅੰਮ੍ਰਿਤ ਰੂਪ ਹੈ। ਇਹਦਾ ਮਤਲਬ ਇਹ ਹੈ, ਜਿਵੇਂ ਲੋਕ ਰਤਨ ਜਵਾਹਰਾਤ ਤੇ ਮਾਣਕ ਸੁੱਚੇ ਮੋਤੀਆਂ ਨੂੰ ਬੜਾ ਕੀਮਤੀ ਸਮਝਦੇ ਨੇ ਤੇ ਇਹਨਾਂ ਨੂੰ ਸੰਭਾਲ ਕੇ ਰੱਖਦੇ ਨੇ, ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਅੰਮ੍ਰਿਤ ਹਰ ਕਾ ਨਾਮ, ਉਹ ਰਤਨ ਤੇ ਜਵਾਹਰ ਤੇ ਮਾਣਕਾਂ ਵਾਂਗ ਅਕਾਲ ਪੁਰਖ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਹੀ ਸਮਝਦੇ ਨੇ
ਤੇ ਅੰਮ੍ਰਿਤ ਨਾਮ ਨੂੰ ਹੀ ਸੰਭਾਲਦੇ ਹਨ। ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਦੇ ਨਾਲ ਸੁਖ ਸਹਿਜ ਸਾਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਵੀ ਪ੍ਰਾਪਤ ਹੋਏ ਨੇ ਤੇ ਆਨੰਦ ਰਸ ਗਿਆਨ ਖੰਡਮੈ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ, ਜਿਹੜੇ ਸਰਮਖੰਡ ਦੀ ਅਵਸਥਾ ਦੇ ਆਨੰਦ ਵੀ ਪ੍ਰਾਪਤ ਹੋਏ ਨੇ ਅਤੇ ਨਾਮ ਦਾ ਰਸ ਵੀ ਪ੍ਰਾਪਤ ਹੋਇਆ ਹੈ। ਜਨ ਨਾਨਕ ਹਰ ਗੁਣ ਗਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਰਹੇ ਹਾਂ ਤੇ ਭਾਈ ਤੁਸੀਂ ਵੀ ਗੁਣ ਗਾਓ, ਤੁਹਾਨੂੰ ਵੀ ਆਤਮਕ ਅਡੋਲ ਅਵਸਥਾ ਦੇ ਸੁਖ, ਪਰਮਾਤਮਕ ਆਨੰਦ ਤੇ ਨਾਮ ਦਾ ਰਸ ਪ੍ਰਾਪਤ ਹੋਵੇਗਾ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸਾਉਣ ਸੋਏ ਜਿਤ ਜਪੀਐ ਹਰਿ ਨਾਮ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਦੇ ਰਹੇ ਹਨ। ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਕਿ ਐ ਮੇਰੇ ਮਨ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ। ਤੇ ਮਹਾਰਾਜ ਕਿਵੇਂ ਕਰਾਂ? ਇੱਕ ਰੰਗ, ਇੱਕ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਗਾਵੀਐ ਸੁਣੀਐ ਮਨ ਰੱਖੀਐ ਭਾਓ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਪ੍ਰੇਮ ਦੇ ਨਾਲ ਵਾਹਿਗੁਰੂ ਦਾ ਭਜਨ ਕਰ। ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ, ਉਹ ਅਕਾਲ ਪੁਰਖ ਵਾਹਿਗੁਰੂ ਘਟ ਘਟ ਦੇ ਅੰਦਰ ਭਾਵ ਹਰ ਸਰੀਰ ਤੇ ਹਰ ਜੀਵ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਹੈ। ਸਦਾ ਸਹਾਈ ਸੰਗ, ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਹੈ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬੈਪੂਤੇ। ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਨੇ, ਸੋਈ ਸਾਸਤ ਸਾਉਣ ਸੋਏ ਜਿਤ ਜਪੀਐ ਹਰਿ ਨਾਉ। ਹਜ਼ੂਰ ਕਹਿੰਦੇ ਸੋਈ ਸਾਸਤ, ਸਾਸਤ ਕਹਿੰਦੇ ਨੇ ਧਰਮ ਸ਼ਾਸਤਰ ਨੂੰ, ਉਹੀ ਸਾਡਾ ਧਰਮ ਸ਼ਾਸਤਰ ਹੈ ਤੇ ਉਹੀ ਸਾਉਣ ਦਾ ਅਰਥ ਹੈ ਜੋਤਿਸ਼ ਸ਼ਾਸਤਰ ਹੈ। ਧਰਮ ਸ਼ਾਸਤਰ ਤੋਂ ਸਾਨੂੰ ਇਹ ਆਗਿਆ ਮਿਲਦੀ ਹੈ, ਭਾਈ ਆਹ ਕੰਮ ਕਰਨੇ ਨੇ, ਆਹ ਨਹੀਂ ਕਰਨੇ। ਦੂਸਰੇ ਪਾਸੇ ਸਾਉਣ ਦਾ ਅਰਥ ਹੈ ਜੋਤਿਸ਼ ਸ਼ਾਸਤਰ ਹੈ, ਉਹਦੇ ਵਿੱਚ ਸਗਨਾਂ ਤੇ ਅਪਸਗਨਾਂ ਦੀ ਵਿਚਾਰ ਲਿਖੀ ਮਿਲਦੀ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਡੇ ਲਈ ਤੇ ਗੁਰੂ ਦਾ ਗ੍ਰੰਥ ਹੀ ਧਰਮ ਸ਼ਾਸਤਰ ਹੈ ਤੇ ਗੁਰੂ ਦਾ ਗ੍ਰੰਥ ਹੀ ਸਾਡੇ ਲਈ ਸਾਉਣ ਸ਼ਾਸਤਰ ਹੈ। ਜਿਤ ਜਪੀਐ ਹਰਿ ਨਾਉ, ਜਿਸ ਤੋਂ ਸਿੱਖਿਆ ਪ੍ਰੇਰਣਾ ਲੈ ਕੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਜਿਹੜੇ ਗੁਰਸਿੱਖ ਨੇ ਆਪਣੇ ਗੁਰੂ ਤੋਂ ਬਿਨਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਧਰਮ ਸ਼ਾਸਤਰ ਨੂੰ ਤੇ ਕਿਸੇ ਹੋਰ ਜੋਤਿਸ਼ ਸ਼ਾਸਤਰ ਨੂੰ ਉਹ ਨਹੀਂ ਕੁਛ ਵੀ ਸਮਝਦੇ, ਕਿਉਂਕਿ ਉਹਨਾਂ ਨੂੰ ਇਸ ਗੱਲ ਤੇ ਭਰੋਸਾ ਹੈ, ਸਗਨ ਅਪਸਗਨ ਤਿਸ ਕੋ ਲੱਗੈ ਜਿਸ ਜੀਤ ਨਾ ਆਵੇ। ਆ ਜਿਹੜੇ ਸਗਨ ਤੇ ਅਪਸਗਨ ਮਾੜੇ ਸਗਨ ਨੇ, ਇਹ ਉਹਨਾਂ ਨੂੰ ਹੀ ਪ੍ਰਭਾਵਿਤ ਕਰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਨਾ ਆਵੇ। ਤੇ ਜਿਹੜੇ ਮਨੁੱਖ ਵਾਹਿਗੁਰੂ ਨੂੰ ਚੇਤੇ ਕਰਦੇ ਹਨ, ਉਹਨਾਂ ਤੇ ਇਹਨਾਂ ਸਗਨਾਂ ਅਪਸਗਨਾਂ ਦੀ ਕੋਈ ਉਹਨਾਂ ਤੇ ਵਿਚਾਰ ਨਹੀਂ ਹਾਵੀ ਹੋ ਸਕਦੀ, ਕਿਉਂ? ਉਹਨਾਂ ਦਾ ਆਪਣੇ ਸਤਿਗੁਰੂ ਤੇ ਅਕਾਲ ਪੁਰਖ ਤੇ ਭਰੋਸਾ ਹੁੰਦਾ ਹੈ। ਇੱਕ ਐਸਾ ਹੀ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਇੱਕ ਪੰਡਤ ਨਿਤਾਨੰਦ ਕਥਾ ਕਰਦਾ ਸੀ ਤੇ ਇੱਕ ਦਿਨ ਪੰਡਤ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ, ਮੈਂ ਇੰਨਾ ਵਿਦਵਾਨ ਹਾਂ, ਰੋਜ਼ ਕਥਾ ਵੀ ਕਰਦਾ ਹਾਂ, ਪਰ ਤੁਸੀਂ ਜਿੰਨਾ ਸਤਿਕਾਰ ਆਪਣੇ ਗੁਰਸਿੱਖਾਂ ਦਾ ਕਰਦੇ ਹੋ, ਮੇਰਾ ਓਨਾ ਸਨਮਾਨ ਨਹੀਂ ਕਰਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਪੰਡਿਤ ਜੀ ਤੁਹਾਨੂੰ ਭੁਲੇਖਾ ਹੀ ਹੈ, ਅਸੀਂ ਤੇ ਸਭ ਦਾ ਹੀ ਸਤਿਕਾਰ ਕਰਦੇ ਹਾਂ। ਪਰ ਫਿਰ ਪੰਡਤ ਕਹਿਣ ਲੱਗਾ, ਦੱਸੋ ਮੇਰੇ ਵਿੱਚ ਤੇ ਗੁਰਸਿੱਖਾਂ ਵਿੱਚ ਕੀ ਫਰਕ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਤੂੰ ਇਹ ਗੱਲ ਕਹਿਣਾ ਤੇ ਫਿਰ ਅੱਛਾ, ਕੁਝ ਸਮੇਂ ਤੋਂ ਬਾਅਦ ਤੇਰਾ ਜਵਾਬ ਮਿਲੇਗਾ। ਕਥਾ ਸੰਪੂਰਨ ਹੋਈ। ਪੰਡਤ ਨੇ ਆਖਿਆ, ਮਹਾਰਾਜ ਮੈਂ ਹੁਣ ਵਾਪਸ ਕਾਂਸ਼ੀ ਵਿੱਚ ਜਾਣਾ ਚਾਹੁੰਦਾ ਹਾਂ ਤੇ ਫਿਰ ਮੈਂ ਹੋਰ ਕੋਈ ਗ੍ਰੰਥ ਲਿਆ ਕੇ ਕਥਾ ਸ਼ੁਰੂ ਕਰਾਂਗਾ। ਸਤਿਗੁਰੂ ਨੇ 500 ਰੁਪਇਆ ਇਸ ਨੂੰ
ਖਰਚੇ ਵਾਸਤੇ ਦਿੱਤਾ। 500 ਰੁਪਇਆ ਉਸ ਵੇਲੇ ਕਾਫੀ ਮਹਿਨਾ ਰਖਾਉਂਦਾ ਸੀ। ਇਹ ਪੰਡਤ ਜਦੋਂ ਕਾਂਸ਼ੀ ਨੂੰ ਤੁਰਨ ਲੱਗਿਆ, ਇਹਨੇ ਆਪਣੇ ਦੇਵੀ ਦੇਵਤਿਆਂ ਨੂੰ ਮਨਾਇਆ, ਗਣੇਸ਼ ਦਾ ਚੌਂਕ ਵੀ ਪੂਰਿਆ, ਤੇ ਜਦੋਂ ਤੁਰਨ ਲੱਗਿਆ ਰਸਤੇ ਦੇ ਵਿੱਚੋਂ ਦੀ ਬਿੱਲੀ ਅੱਗੋਂ ਰਸਤਾ ਕੱਟ ਗਈ, ਵਾਪਸ ਮੁੜੇ ਆਇਆ, ਕਹਿੰਦਾ ਇਹ ਤੇ ਅਪਸ਼ਗਨ ਹੋ ਗਿਆ। ਤੇ ਦੂਸਰੇ ਦਿਨ ਗਿਆ ਔਰ ਉਸ ਦਿਨ ਕਿਸੇ ਕੁੱਤੇ ਨੇ ਕੰਨ ਪਟਕ ਦਿੱਤੇ, ਕਹਿਣ ਲੱਗਾ ਅੱਜ ਵੀ ਇਹ ਕੁਸ਼ਗਨ ਹੋ ਗਿਆ, ਮੈਂ ਨਹੀਂ ਜਾਵਾਂਗਾ। ਉਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਪ੍ਰਾਣਾ ਜੀ ਨੂੰ, ਜੋ ਮਹਾਨ ਗੁਰਸਿੱਖ ਸਨ, ਉਹਨਾਂ ਨੂੰ ਆਖਿਆ ਕਿ ਭਾਈ ਸਾਹਿਬ ਜੀ ਤੁਸਾਂ ਸੰਗਲਾ ਦੀਪ ਦੇ ਵਿੱਚ ਜਾਣਾ। ਉੱਥੇ ਇੱਕ ਪ੍ਰਾਣ ਸੰਗਲੀ ਪੋਥੀ ਹੈ ਜਿਹਦੇ ਬਾਰੇ ਸੁਣਿਆ ਗਿਆ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਰਾਜੇ ਨੂੰ ਬਖਸ਼ੀ ਸੀ, ਤੇ ਤੁਸੀਂ ਉਹ ਪੋਥੀ ਲੈ ਕੇ ਆਉਣੀ ਹੈ। ਭਾਈ ਪ੍ਰਾਣਾ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਅਰਦਾਸ ਕੀਤੀ, ਤੇ ਸਤਿਗੁਰੂ ਨੇ ਸਿਰਫ 5 ਪੈਸੇ ਦਿੱਤੇ। ਕਹਿਣ ਲੱਗੇ ਲਓ ਭਾਈ ਸਾਹਿਬ, ਆ ਲਓ ਮਾਇਆ, ਤੇ ਤੁਸੀਂ ਇਹ ਸੇਵਾ ਕਰਕੇ ਆਓ। ਭਾਈ ਪ੍ਰਾਣਾ ਜੀ ਨੇ 5 ਪੈਸੇ ਲਏ, ਗੁਰੂ ਦੇ ਭਰੋਸੇ ਦੇ ਚੱਲ ਪਏ। ਨਾ ਕੋਈ ਸਗਨ ਦੇਖਿਆ, ਨਾ ਅਪਸ਼ਗਨ ਦੇਖਿਆ, ਸਿੱਧੇ ਸੰਗਲਾ ਦੀਪ ਪਹੁੰਚੇ। ਉਥੋਂ ਪ੍ਰਾਣ ਸੰਗਲੀ ਪੋਥੀ ਲੈ ਕੇ ਵਾਪਸ ਆ ਗਏ, ਤੇ ਜਿਹੜਾ ਪੰਡਤ ਸੀ ਉਹ ਉੱਥੇ ਗੇੜੇ ਕੱਢੀ ਜਾਵੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਤ ਜੀ ਆਹੀ ਫਰਕ ਹੈ। ਗੁਰਸਿੱਖਾਂ ਦਾ ਆਪਣੇ ਗੁਰੂ ਤੇ ਪੂਰਨ ਵਿਸ਼ਵਾਸ ਹੈ ਤੇ ਤੁਹਾਡਾ ਅਨੇਕਾਂ ਦੇਵੀ ਦੇਵਤਿਆਂ ਤੇ, ਪਰ ਯਾਦ ਰੱਖੋ ਤੁਹਾਡੇ ਦੇਵੀ ਦੇਵਤੇ ਇੰਨੇ ਕੀ ਸ਼ਕਤੀਸ਼ਾਲੀ ਹਨ ਜਿਹੜੇ ਕੁੱਤਿਆਂ ਬਿੱਲਿਆਂ ਦੇ ਨਾਲੋਂ ਵੀ ਕਮਜ਼ੋਰ ਨੇ। ਹੁਣ ਜਦੋਂ ਬਿੱਲੀ ਰਸਤਾ ਕੱਟ ਜਾਵੇ, ਕੋਈ ਕੁੱਤਾ ਕੰਨ ਪਟਕ ਦੇਵੇ, ਇਹਦਾ ਮਤਲਬ ਇਹ ਹੈ ਵੀ ਉਹਨੂੰ ਵੀ ਠੀਕ ਨਹੀਂ ਕਰ ਸਕਦੇ। ਤੁਹਾਡੇ ਦੇਵੀ ਦੇਵਤੇ ਜੇ ਇੰਨੇ ਕਮਜ਼ੋਰ ਨੇ ਤੇ ਫਿਰ ਉਹਨਾਂ ਨੂੰ ਮੰਨਣਾ ਤੇ ਪੂਜਣਾ ਕਿਸ ਵਾਸਤੇ ਹੋਇਆ। ਪੰਡਤ ਅਖੀਰ ਗੁਰੂ ਦਾ ਸਿੱਖ ਬਣਿਆ। ਕਹਿਣ ਤੋਂ ਭਾਵ ਜਿਹੜੇ ਸਗਨ ਤੇ ਅਪਸਗਨ ਨੇ ਉਸੇ ਨੂੰ ਲੱਗਦੇ ਨੇ ਜਿਹੜੇ ਵਾਹਿਗੁਰੂ ਦੇ ਸਿਮਰਨ ਤੋਂ ਖੁੰਝੇ ਹੋਏ ਨੇ। ਹਜ਼ੂਰ ਕਹਿੰਦੇ ਸਾਡੇ ਲਈ ਤੇ ਗੁਰੂ ਹੀ ਸ਼ਾਸਤਰ ਹੈ, ਗੁਰੂ ਹੀ ਸੌਣ ਸਗਨ ਹੈ, ਜਿਸ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ। ਚਰਨ ਕਮਲ ਗੁਰ ਧਨ ਦਿਆ, ਮਿਲਿਆ ਨਿਥਾਵੇ ਥਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਸਾਨੂੰ ਚਰਨ ਕਮਲ ਗੁਰ ਧਨ ਦਿਆ, ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਪ੍ਰੇਮ, ਨਾਮ ਦਾ ਪ੍ਰੇਮ ਰੂਪੀ ਧਨ ਬਖਸ਼ਿਸ਼ ਕੀਤਾ ਹੈ। ਮਿਲਿਆ ਨਥਾਵੇਂ ਥਾਉ, ਜਿਸ ਦਾ ਸਦਕਾ ਸਾਨੂੰ ਹੁਣ ਨਥਾਵਿਆਂ ਨੂੰ ਗੁਰੂ ਚਰਨਾਂ ਵਿੱਚ ਥਾਂ ਮਿਲ ਗਿਆ ਹੈ। ਸਾਚੀ ਪੂੰਜੀ ਸਚ ਸੰਜਮ, 8 ਪਹਿਰ ਗੁਣ ਗਾਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੱਚੀ ਨਾਮ ਦੀ ਪੂੰਜੀ ਸਾਨੂੰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਗਈ ਹੈ। ਸੱਚ ਸੰਜਮੋ, ਜਿਹੜਾ ਸੱਚਾ ਸੰਜਮ ਹੈ, ਜਿਹੜਾ ਸੁਤੇ ਸਿੱਧ ਹੀ ਮਨ ਨੇ ਕੁਰੈਤਾਂ ਨੂੰ, ਵਿਕਾਰਾਂ ਨੂੰ, ਪਾਪਾਂ ਨੂੰ ਛੱਡ ਦੇਣਾ, ਇਹ ਸੱਚਾ ਸੰਜਮ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਪ੍ਰਾਪਤ ਹੋਇਆ ਹੈ। 8 ਪਹਿਰ ਗੁਣ ਗਾਓ, ਹੁਣ ਅਸੀਂ 8 ਪਹਿਰ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਹਾਂ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨ ਆਵਣ ਜਾਓ। ਹੁਣ ਜਦੋਂ ਸਾਡੇ ਮਨ ਦੇ ਅੰਦਰ ਗੁਰੂ ਦਾ ਅਟਲ ਭਰੋਸਾ ਤੇ ਗੁਰੂ ਦਾ ਡੂੰਘਾ ਪਿਆਰ ਮਨ ਵਿੱਚ ਪੈਦਾ ਹੋ ਗਿਆ ਤੇ ਵਾਹਿਗੁਰੂ ਕਿਰਪਾ ਕਰਕੇ ਆਪ ਆ ਕੇ ਸਾਨੂੰ ਮਿਲਿਆ ਹੈ। ਹੁਣ ਜਦੋਂ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਮਿਲ ਗਿਆ, ਮਰਨ ਨਾ ਆਵਣ ਜਾਓ, ਨਾ ਹੁਣ ਅਸੀਂ ਮਰਨਾ ਹੀ ਹੈ ਤੇ ਨਾ ਹੀ ਮੁੜ ਕੇ ਆਉਣ ਜਾਣ ਸਾਡੇ ਪੱਲੇ ਪਵੇਗਾ। ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਘਾਟ ਘਾਟ ਅੰਤਰ ਰਵ ਰਹਾ, ਸਦਾ ਸਹਾਈ ਸੰਗ ਰਹਾਓ, ਸੁਖਾ ਕੀ ਮਿਤ ਕਿਆ ਗਣੀ, ਜਾਂ ਸਿਮਰੇ ਗੋਵਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਹਨ ਕਿ ਐ ਮੇਰੇ ਮਨ, ਤੂੰ ਵਾਹਿਗੁਰੂ ਦਾ ਭਜਨ ਕਰ ਤੇ ਨਾਲ ਇੱਕ ਰੰਗ, ਇੱਕ ਵਾਹਿਗੁਰੂ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਭਜਨ ਕਰ। ਉਹ ਵਾਹਿਗੁਰੂ ਘਟਾਂ ਘਟਾਂ ਦੇ ਅੰਦਰ ਵਸ ਰਿਹਾ ਹੈ ਤੇ ਹਮੇਸ਼ਾ ਸਭ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨ ਵਾਲਾ ਹੈ। ਜਦੋਂ ਤੂੰ ਉਸ ਵਾਹਿਗੁਰੂ ਦਾ ਸਿਮਰਨ ਕਰੇਗਾ ਤੈਨੂੰ ਸਭ ਕੁਝ ਪ੍ਰਾਪਤ ਹੋਵੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਸੁੱਖਾਂ ਕੀ ਮਿਤ ਕਿਆ ਗਣੀ, ਜਾਂ ਸਿਮਰੀ ਗੋਬਿੰਦ। ਵੀ ਜਦੋਂ ਅਸੀਂ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਾਂਗੇ ਤੇ ਫਿਰ ਇੰਨੇ ਸੁਖ ਵਾਹਿਗੁਰੂ ਪਰਮੇਸ਼ਰ ਬਖਸ਼ਿਸ਼ ਕਰ ਦੇਵੇਗਾ,
ਉਹਨਾਂ ਸੁੱਖਾਂ ਦੀ ਮਿਣਤੀ, ਉਹਨਾਂ ਸੁੱਖਾਂ ਦੀ ਗਿਣਤੀ ਨਹੀਂ ਕੋਈ ਗਿਣੀ ਜਾ ਸਕਦੀ, ਜਾਂ ਸੁੱਖਾਂ ਕੀ ਮਿਤ ਕਿਆ ਗਣੀ। ਉਹਨਾਂ ਸੁੱਖਾਂ ਦੀ ਮਿਤ ਦਾ ਅਰਥ ਹੈ ਮਰਜ਼ਾਦਾ। ਉਹਨਾਂ ਸੁੱਖਾਂ ਦੀ ਮਿਣਤੀ ਕੋਈ ਪ੍ਰਮਾਣ ਕੀ ਕੋਈ ਗਿਣ ਸਕਦਾ ਹੈ। ਇਹਦਾ ਮਤਲਬ ਇਹ ਹੈ ਵੀ ਅਪ੍ਰਮਾਣਿਤ ਸੁੱਖ, ਬਹੁਤ ਵੱਡੇ ਸੁੱਖ ਵਾਹਿਗੁਰੂ ਦੇ ਸਿਮਰਨ ਦੁਆਰਾ ਪ੍ਰਾਪਤ ਹੋ ਜਾਂਦੇ ਹਨ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੇ ਜਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰਸ ਨੂੰ ਚਖਿਆ ਹੈ, ਸੇ ਤ੍ਰਿਪਤਾਸਿਆ, ਉਹ ਬਈ ਰੱਜ ਗਿਆ ਹੈ। ਮਨ ਕਰਕੇ, ਆਤਮਾ ਕਰਕੇ ਉਹ ਤ੍ਰਿਪਤ ਹੋ ਗਿਆ ਹੈ, ਉਹ ਰਸ ਜਾਣੈ ਜਿੰਦ। ਪਰ ਹਜ਼ੂਰ ਕਹਿੰਦੇ ਜਿਸ ਜਿੰਦ ਨੇ, ਜਿਸ ਜਿੰਦੜੀ ਨੇ ਉਸ ਰਸ ਨੂੰ ਚਖਿਆ ਹੈ, ਉਹੀ ਉਸ ਦੇ ਸਵਾਦ ਨੂੰ ਜਾਣ ਸਕਦੀ ਹੈ। ਸੰਤਾ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਪਰਮੇਸ਼ਰ ਪ੍ਰਭੂ ਸਮਰੱਥ ਹੈ, ਪ੍ਰੀਤਮ ਮਨ ਦਾ ਪਿਆਰਾ ਹੈ, ਬਖਸ਼ਿੰਦ ਸਾਰੇ ਗੁਨਾਹਾਂ ਨੂੰ ਪਾਪਾਂ ਨੂੰ ਬਖਸ਼ਣ ਵਾਲਾ ਹੈ। ਸੰਤਾਂ ਸੰਗਤ ਮਨ ਵਸੈ, ਤੇ ਮਹਾਂਪੁਰਖਾਂ ਦੀ ਸੰਗਤ ਕਰਕੇ ਉਹ ਮਨ ਵਿੱਚ ਆ ਕੇ ਵਸਦਾ ਹੈ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਆਪਣੇ ਪ੍ਰਭੂ, ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ ਹੈ, ਸੋਈ ਰਾਜ ਨਰਿੰਦ। ਭਾਈ ਉਹੀ ਸਭ ਰਾਜਿਆਂ ਦਾ ਰਾਜਾ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਇੱਕ ਥਾਂ ਤੇ ਪੰਜਵੇਂ ਗੁਰਦੇਵ ਦੇ ਵੀ ਬਚਨ ਆਏ ਨੇ, ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਜਿਨ੍ਹਾਂ ਨੇ ਆਪਣੇ ਮਾਲਕ ਦੀ ਸੇਵਾ ਕੀਤੀ ਹੈ, ਉਹ ਬਈ ਰਾਜਿਆਂ ਦੇ ਰਾਜੇ, ਸ਼ਹਿਨਸ਼ਾਹ ਬਣ ਗਏ ਹਨ। ਅਵਸਰ ਹਰ ਜਸ ਗੁਣ ਰਮਣ ਜਿਤ, ਕੋਟ ਮਜਨ ਇਸ਼ਨਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਵਸਰ ਹਰ ਜਸ ਗੁਣ ਰਮਣ ਜਿਤ। ਇਹ ਜਿਤ ਤੇ ਹੀ ਵਿਸਰਾਮ ਠੀਕ ਹੈ। ਹਜ਼ੂਰ ਕਹਿੰਦੇ ਨੇ, ਜਿਸ ਅਵਸਰ ਸਮੇਂ ਦੇ ਅੰਦਰ ਵਾਹਿਗੁਰੂ ਦਾ ਜਸ ਕੀਤਾ ਜਾਵੇ ਤੇ ਗੁਣ ਰਮਣ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕੀਤਾ ਜਾਵੇ। ਕੋਟ ਮੱਜਨ ਇਸ਼ਨਾਨ, ਇਹ ਮਾਨੋ ਕਰੋੜਾਂ ਹੀ ਤੀਰਥਾਂ ਤੇ ਇਸ਼ਨਾਨ ਕਰਨ ਦਾ, ਤੇ ਇੱਕ ਸਾਧਾਰਨ ਇਸ਼ਨਾਨ ਕਰਨ ਦਾ ਤੇ ਪੁਰਬੀ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਰਸ ਨਾ ਉਚਰੈ ਗੁਣਵਤੀ, ਕੋਏ ਨਾ ਪੁੱਜੇ ਦਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਰਸਨਾ ਵਾਹਿਗੁਰੂ ਦੇ ਗੁਣ ਉਚਾਰਨ ਵਾਲੀ ਹੋ ਜਾਂਦੀ ਹੈ, ਤੇ ਫਿਰ ਇਸ ਨਾਮਦਾਨ ਵਰਗਾ ਹੋਰ ਕੋਈ ਦਾਨ ਵੀ ਨਹੀਂ ਹੋ ਸਕਦਾ। ਇਸ ਨਾਮ ਦੇ ਬਰਾਬਰ ਹੋਰ ਕੋਈ ਪੁੰਨ ਦਾਨ ਵੀ ਨਹੀਂ ਪਹੁੰਚ ਸਕਦਾ। ਇਹਦਾ ਮਤਲਬ ਇਹ ਹੈ, ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਜਸ ਕੀਰਤਨ ਕਥਾ ਸੁਣਦੇ ਹਾਂ, ਇਹਦੇ ਨਾਲ ਕਰੋੜਾਂ ਹੀ ਤੀਰਥਾਂ ਦਾ ਪੁਰਬੀ ਤੇ ਸਾਧਾਰਨ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਜਦੋਂ ਅਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਾਂ, ਇਹ ਸਭ ਤੋਂ ਵੱਡਾ ਦਾਨ ਹੈ। ਇਸ ਦੇ ਬਰਾਬਰ ਹੋਰ ਕੋਈ ਵੀ ਦਾਨ ਨਹੀਂ ਪਹੁੰਚ ਸਕਦਾ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਬਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦਇਆਲ, ਦਇਆ ਦਾ ਘਰ ਤੇ ਪੁਰਖ, ਵਿਆਪਕ ਸਰੂਪ ਤੇ ਮਿਹਰਬਾਨ, ਮਿਹਰਾਂ ਦਾ ਸਾਈਂ ਹੈ। ਜਦੋਂ ਉਹ ਕਿਸੇ ਤੇ ਪ੍ਰਸੰਨ ਹੁੰਦਾ ਹੈ, ਦ੍ਰਿਸ਼ਟ ਧਾਰ, ਉਹ ਮਿਹਰ ਦੀ ਦ੍ਰਿਸ਼ਟੀ ਕਰਕੇ ਮਨ ਤਨ ਵਸੈ, ਉਹਦੇ ਮਨ ਵਿੱਚ ਵੀ ਉਹਦੇ ਤਨ ਵਿੱਚ ਵੀ ਵਸ ਜਾਂਦਾ ਹੈ। ਦਾਸਾ ਕੇ ਜੀਓ ਪਿੰਡ, ਤਨ ਤਿਸ ਦਾ ਹਉ ਸਦਾ ਸਦਾ ਕੁਰਬਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਸਾਡਾ ਜੀਓ ਜੀਵਨ ਵੀ, ਜੀਵ ਆਤਮਾ ਵੀ ਤੇ ਪਿੰਡ ਸਰੀਰ ਵੀ ਤੇ ਇਹ ਧਨ ਵੀ ਸਭ ਉਸ ਵਾਹਿਗੁਰੂ ਪਰਮੇਸ਼ਰ ਦਾ ਬਖਸ਼ਿਆ ਹੋਇਆ ਦਾਨ ਹੈ। ਹਉ ਸਦਾ ਸਦਾ ਕੁਰਬਾਨ, ਅਸੀਂ ਹਮੇਸ਼ਾ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਣੇ ਹਾਂ, ਬਲਿਹਾਰ ਜਾਣੇ ਹਾਂ। ਮਿਲਿਆ ਕਦੇ ਨਾ ਵਿਛੜੈ, ਜੋ ਮਿਲਿਆ ਕਰਤਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਕਰਤਾ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਮੇਲਿਆ ਹੈ, ਉਹ ਮਿਲਿਆ ਹੋਇਆ ਕਦੇ ਵਿਛੜ ਨਹੀਂ ਸਕਦਾ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦਾ ਮਲਾਪ ਐਸਾ ਹੈ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।
ਜਿਵੇਂ ਪਾਣੀ ਵਿੱਚ ਪਾਣੀ ਰਲ ਕੇ ਕਦੇ ਵੱਖ ਨਹੀਂ ਹੋ ਸਕਦਾ, ਇਸੇ ਤਰ੍ਹਾਂ ਜਿਸ ਨੂੰ ਅਕਾਲ ਪੁਰਖ ਨੇ ਆਪਣੇ ਨਾਲ ਮੇਲਿਆ ਹੈ ਉਹ ਮਿਲਿਆ ਹੋਇਆ ਕਦੇ ਵਿਛੜਦਾ ਹੀ ਨਹੀਂ ਹੈ। ਦਾਸਾ ਕੇ ਬੰਧਨ ਕਟਿਆ ਸਾਚੇ ਸਿਰਜਣਹਾਰ। ਉਸ ਸੱਚੇ ਸਿਰਜਣਹਾਰ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਦਾਸਾਂ ਦੇ ਸਾਰੇ ਬੰਧਨਾਂ ਨੂੰ ਕੱਟ ਦਿੱਤਾ ਹੈ। ਬੰਧਨ ਕਿਹੜੇ ਨੇ? ਮੋਹ ਮਾਇਆ ਦੇ, ਵਿਸ਼ਿਆਂ ਦੀ ਵਾਸ਼ਨਾ ਦੇ, ਵਿਕਾਰਾਂ ਦੇ ਬੰਧਨ ਸਨ, ਇਹਨਾਂ ਨੂੰ ਕੱਟ ਦਿੱਤਾ ਹੈ। ਸੱਚਾ ਸਿਰਜਣਹਾਰ ਤੇ ਜਮਾਂ ਦੇ ਬੰਧਨ ਵੀ ਉਹ ਸੱਚੇ ਸਿਰਜਣਹਾਰ ਨੇ ਕੱਟ ਦਿੱਤੇ ਹਨ। ਭੂਲਾ ਮਾਰਗ ਪਾਇਓਨ ਗੁਣ ਅਵਗਣ ਨ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਭੁੱਲਿਆ ਹੋਇਆ ਸੀ, ਮਾਰਗ ਪਾਇਓਨ, ਇਹਨੂੰ ਭਗਤੀ ਦੇ ਰਸਤੇ ਤੇ, ਸਿੱਖੀ ਮਾਰਗ ਤੇ ਤੋਰ ਦਿੱਤਾ ਹੈ। ਗੁਣ ਅਵਗੁਣ ਨਾ ਵਿਚਾਰ, ਉਸ ਵਾਹਿਗੁਰੂ ਪਰਮੇਸ਼ਰ ਨੇ ਇਸ ਤੇ ਕਿਸੇ ਗੁਣ ਅਵਗੁਣਾਂ ਦੀ ਵੀ ਵਿਚਾਰ ਨਹੀਂ ਕੀਤੀ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਬਿਰਦ ਹੈ, ਜੈਸਾ ਬਾਲਕ ਪਾਏ ਸੁਭਾਈ ਲਖ ਅਪਰਾਧ ਕਮਾਵੈ, ਕਰ ਉਪਦੇਸ਼ ਝੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ। ਵਾਹਿਗੁਰੂ ਭੁੱਲਿਆਂ ਹੋਇਆਂ ਨੂੰ ਰਾਹ ਪਾਉਂਦਾ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਤੇ ਜਿਹੜਾ ਗੁਰੂ ਸਰੂਪ ਧਾਰਨ ਕੀਤਾ ਹੈ, ਇਹ ਭੁੱਲਿਆਂ ਨੂੰ ਰਾਹ ਪਾਉਣ ਵਾਸਤੇ ਹੀ ਤੇ ਧਾਰਨ ਕੀਤਾ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਭੁੱਲਿਆਂ ਨੂੰ ਸਹੀ ਰਸਤੇ ਪਾਇਆ ਤੇ ਉਹਨਾਂ ਦੇ ਗੁਣਾ ਅਵਗੁਣਾਂ ਦੀ ਵੀ ਕੋਈ ਵਿਚਾਰ ਨਾ ਕੀਤੀ। ਨਾਨਕ ਤਿਸ ਸ਼ਰਣਾਗਤੀ ਜੇ ਸਗਲ ਘਟਾ ਆਧਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਪਏ ਹਾਂ, ਜੇ ਸਗਲ ਘਟਾਂ ਆਧਾਰ। ਜਿਹੜੇ ਸਾਰੇ ਹੀ ਘਟ ਦਾ ਅਰਥ ਹੈ ਸਰੀਰਾਂ ਦਾ, ਸਾਰੇ ਜੀਵਾਂ ਦਾ ਆਸਰਾ ਹੈ। ਜਿੰਨੇ ਜੀਵ ਨੇ, ਜਿੰਨੇ ਸਰੀਰ ਨੇ, ਸਾਰੇ ਵਾਹਿਗੁਰੂ ਦੇ ਆਸਰੇ ਹੀ ਤਾਂ ਟਿਕੇ ਹੋਏ ਨੇ। ਇੱਥੋਂ ਤੱਕ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ। ਤੇ ਇਹ ਜਿਹੜੇ ਧਰਤੀ ਤੇ ਅਸਮਾਨ ਨੇ, ਇਹ ਵੀ ਵਾਹਿਗੁਰੂ ਦੇ ਆਸਰੇ ਖੜੇ ਨੇ। ਜਿਹਨੂੰ ਸਾਰੇ ਘਟਾਂ ਘਟਾਂ ਦਾ ਆਸਰਾ ਹੈ, ਅਸੀਂ ਉਹਦੀ ਸ਼ਰਨ ਵਿੱਚ ਪਏ ਹੋਏ ਹਾਂ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ, ਨਾਨਕ ਤਿਸ ਸ਼ਰਣਾਗਤੀ ਜੇ ਸਗਲ ਘਟਾ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।